कमल सर के ज्योग्राफी के फंडे अब कभी नहीं आएंगे अंडे। प्यारे विद्यार्थियों, ਅੱਜ ਅਸੀਂ ਕਲਾਸ +2 ਭੂਗੋਲ ਪਾਠ 3 ਮਾਨਵੀ ਸਾਧਨ ਮਨੁੱਖੀ ਵਿਕਾਸ ਅਤੇ ਵਸੇਵੇਂ ਦੇ ਪ੍ਰਸ਼ਨ ਉੱਤਰ ਕਰਨ ਜਾ ਰਹੇ ਹਾਂ। ਪ੍ਰਸ਼ਨ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਵਾਕ ਤੱਕ ਦਿਓ। ਪਹਿਲਾ ਜੀ, ਮਨੁੱਖੀ ਵਿਕਾਸ ਦਾ ਕੋਈ ਇੱਕ ਮਹੱਤਵਪੂਰਨ ਪਹਿਲੂ ਕੀ ਹੈ? ਉੱਤਰ ਲੋਕਾਂ ਕੋਲ ਮੌਕਿਆਂ ਦਾ ਹੋਣਾ। ਅਗਲਾ ਪ੍ਰਸ਼ਨ, ਮਨੁੱਖੀ ਵਿਕਾਸ ਦੀ ਥੰਮ ਮੰਨੇ ਜਾਂਦੇ ਕਿਸੇ ਇੱਕ ਤੱਤ ਦਾ ਨਾਮ ਲਿਖੋ। ਉੱਤਰ बेटा जी हैडिंग हो गया मनुखी विकास के थंम। एक पूछा है, मैं 4 लिखते हैं, तुम कोई भी लिख सकते हो। हक या इंसाफ, दूसरा निरंतरता, तीसरा उत्पादकता, चौथा शक्तिकरण। अगला प्रश्न, रहन सहन का किहो जिहा पद्धर चंगे मनुखी विकास का सूचक है? उत्तर लिंग समानता, औरतों का मुकाबलतन प्राप्तियां, तीसरा मनुखी गरीबी सूचक। अगला प्रश्न, मानव विकास रिपोर्ट 2016 अनुसार मनुखी विकास सूचक पद्धर भारत के किस राज विच सब तो वध है ते किन्ना है? उत्तर केरल 0.7117। अगला प्रश्न, मनुखी वसेविਆਂ ਨੂੰ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ? ਇਸ ਤਰ੍ਹਾਂ ਹੈਡਿੰਗ ਬਣਾਉਣਾ ਜੀ, ਮਨੁੱਖੀ ਵਸੇਵਿਆਂ ਜਾਂ ਬਸਤੀਆਂ। ਪਹਿਲਾ ਪਿੰਡੂ ਬਸਤੀਆਂ, ਦੂਜਾ ਸ਼ਹਿਰੀ ਬਸਤੀਆਂ। ਅਗਲਾ ਪ੍ਰਸ਼ਨ, ਪੰਜਾਬ ਦਾ ਕਿਹੜਾ ਸ਼ਹਿਰ ਸਮਾਰਟ ਸਿਟੀ ਪ੍ਰੋਜੈਕਟ ਦੇ ਪ੍ਰਥਮ ਦੌਰ ਵਿੱਚ ਸ਼ਾਮਿਲ ਹੋਇਆ ਹੈ? ਉੱਤਰ ਲੁਧਿਆਣਾ। ਅਗਲਾ ਪ੍ਰਸ਼ਨ, ਫ੍ਰਾਂਸਿਸ ਪੈਰੋਕਸ 1955 ਨੇ ਵਿਕਾਸ ਦੇ ਕਿਹੜੇ ਫੋਕਲ ਪੁਆਇੰਟ ਦੀ ਧਾਰਨਾ ਵਿਕਸਿਤ ਕੀਤੀ? ਉੱਤਰ ਹੈ ਵਿਕਾਸ ਦੇ ਧੁਰੇ। ਅਗਲਾ ਪ੍ਰਸ਼ਨ, ਵਰਤਮਾਨ ਵਿੱਚ ਵਿਕਾਸ ਦਾ ਇੰਜਨ ਕਿਸ ਕਿਸਮ ਦੇ ਸ਼ਹਿਰਾਂ ਨੂੰ ਕਿਹਾ ਗਿਆ ਹੈ? ਉੱਤਰ ਹੈ ਸਮਾਰਟ ਸਿਟੀ। ਅਗਲਾ ਪ੍ਰਸ਼ਨ, ਕਿਸੇ ਛੱਪੜ ਦੇ ਦੁਆਲੇ ਵਸੀ ਆਬਾਦੀ ਕਿਹੋ ਜਿਹੇ ਵਸੇਵੇ ਦਾ ਨਮੂਨਾ ਹੋਵੇਗੀ? ਉੱਤਰ ਹੈ ਗੋਲਾਕਾਰ ਨਮੂਨਾ। ਬੇਟਾ ਜੀ ਛੱਪੜ ਬਣਾਇਆ ਲਗਭਗ ਗੋਲਾਕਾਰ ਹੈ, ਇਹ ਆਸ-ਪਾਸ ਲੋਕ ਰਹਿ ਰਹੇ ਨੇ, ਇਹ ਗਲੀਆਂ ਜਾਂ ਰਸਤੇ ਨੇ, ਇਸ ਕਰਕੇ ਇਸ ਨੂੰ ਗੋਲਾਕਾਰ ਨਮੂਨਾ ਕਹਾਂਗੇ। ਅਗਲਾ ਪ੍ਰਸ਼ਨ, ਸੰਸਾਰ ਵਿੱਚ ਕਿਸ ਦੇਸ਼ ਦਾ ਮਨੁੱਖੀ ਸੂਚਕਾਂਕ ਸਭ ਤੋਂ ਵੱਧ ਹੈ ਤੇ ਕਿੰਨਾ? ਉੱਤਰ ਹੈ ਨਾਰਵੇ 0.949। ਪ੍ਰਸ਼ਨ 2, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 4 ਸਤਰਾਂ ਵਿੱਚ ਦਿਓ। ਊੜਾ, ਮਨੁੱਖੀ ਵਿਕਾਸ ਸੂਚਕ ਦਾ ਨਵੀਨ ਸਿਧਾਂਤ ਕਿਹੜੇ ਅਰਥ ਸ਼ਾਸਤਰੀਆਂ ਨੇ ਦਿੱਤਾ? ਉੱਤਰ ਅਰਥ ਸ਼ਾਸਤਰੀ ਸੀਗੇ ਡਾਕਟਰ ਮਹਿਬੂਬ ਉਲ ਹਕ, ਇਹ ਪਾਕਿਸਤਾਨ ਦੇ ਸਨ। ਦੂਸਰੇ ਡਾਕਟਰ ਅਮਰਤਿਆ ਸੇਨ ਜੋ ਭਾਰਤ ਦੇ ਸਨ। 1990 ਵਿੱਚ ਮਨੁੱਖੀ ਵਿਕਾਸ ਸੂਚਕਾਂਕ ਦਾ ਸਿਧਾਂਤ ਦਿੱਤਾ ਸੀ। ਉਹਨਾਂ ਅਨੁਸਾਰ ਵਿਕਾਸ ਦਾ ਮਤਲਬ ਲੋਕਾਂ ਲਈ ਵਿਕਲਪ ਜਾਂ ਚੋਣ ਦੇ ਦਾਇਰਿਆਂ ਵਿੱਚ ਵਾਧਾ ਕਰਨਾ ਹੈ ਤਾਂ ਜੋ ਉਸ ਸ਼ਾਨ ਨਾਲ ਲੰਬੀ ਤੇ ਸਿਹਤਮੰਦ ਜ਼ਿੰਦਗੀ ਜੀਉ ਸਕਣ। ਅਗਲਾ ਪ੍ਰਸ਼ਨ, ਭਾਰਤ ਦੇ ਕਿਹੜੇ 3 ਨੁਕਤੇ ਮਨੁੱਖੀ ਵਿਕਾਸ ਮਾਪਕ ਵਜੋਂ ਚੁਣੇ ਹਨ? ਉੱਤਰ ਮਨੁੱਖੀ ਵਿਕਾਸ ਮਾਪਕ ਭਾਰਤ ਦੇ ਪਹਿਲਾ ਹੈ ਲਿੰਗ ਸਮਾਨਤਾ, ਦੂਸਰਾ ਔਰਤਾਂ ਦੀਆਂ ਮੁਕਾਬਲਤਨ ਪ੍ਰਾਪਤੀਆਂ, ਤੀਸਰਾ ਮਨੁੱਖੀ ਗਰੀਬੀ ਸੂਚਕ। ਅਗਲਾ ਪ੍ਰਸ਼ਨ, ਮਨੁੱਖੀ ਵਿਕਾਸ ਦੇ ਥੰਮ ਵਜੋਂ ਜਾਣੇ ਜਾਂਦੇ 4 ਨੁਕਤੇ ਕਿਹੜੇ-ਕਿਹੜੇ ਹਨ? ਉੱਤਰ ਹੈਡਿੰਗ ਮਨੁੱਖੀ ਵਿਕਾਸ ਦੇ ਥੰਮ। ਪਹਿਲਾ हक या इंसाफ, दूसरा निरंतरता, तीसरा उत्पादकता, चौथा शक्तिकरण। अगला प्रश्न, मनुखी विकास सूचकांक अनुसार भारत के 4 मोहरी राज किहड़े हैं? उत्तर हैडिंग हो जाएगा भारत के 4 मोहरी राज। केरल 0.7117, हिमाचल प्रदेश और गोवा का सेम है जी 0.6701, महाराष्ट्र 0.6659। अगला प्रश्न, मनुखी विकास सूचकांक अनुसार भारत की विश्व विच स्थिति बारे लिखो। उत्तर मनुखी विकास सूचकांक अनुसार भारत 0.624 अंक नाल 188 देशों में क्रमवार 131वें स्थान ते है। शुरुआत विच 119वीं सी। अगला प्रश्न, पेंडू वसेवे आम तौर पर किहड़े इलाकों में मिलते हैं? उत्तर पेंडू वसेवे या बस्तियां आम तौर पर पहला दरियावां दे कंढे, दूसरा हड़ां दे मैदानां, तीसरा पहाड़ां दीयां ढलानां, चौथा घाटी दे मैदानां, पंजवां तटवर्ती इलाकों में। अगला प्रश्न, स्थानक सरकारां विभाग की परिभाषा अनुसार शहरी खेतरां दीयां प्रबंधक संस्थावां किहड़ियां हो सकदियां हन? उत्तर शहरी खेतर दीयां प्रबंधक संस्थावां, ये हैडिंग हो जाएगा। पहला जी नगरपालिकावां छोटे शहरां विच, नगर निगम ਵੱਡੇ ਸ਼ਹਿਰਾਂ ਵਿੱਚ, ਨਗਰ ਪਰਿਸ਼ਦ, ਨੋਟੀਫਾਈਡ ਏਰੀਆ ਕਮੇਟੀਆਂ,
ਕੈਂਟੋਨਮੈਂਟ ਬੋਰਡ ਆਦਿ। ਵੱਡੇ ਪ੍ਰਸ਼ਨ ਸ਼ੁਰੂ ਹੋ ਰਹੇ ਨੇ। ਪ੍ਰਸ਼ਨ 3, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 10-12 ਵਾਕਾਂ ਵਿੱਚ ਦਿਓ। ਕਿਸੇ ਦੇਸ਼ ਦੇ ਵਿਕਾਸ ਦੀ ਕਹਾਣੀ ਵਿੱਚ ਮਨੁੱਖੀ ਵਿਕਾਸ ਦਾ ਕੀ ਮਹੱਤਵ ਹੁੰਦਾ ਹੈ? ਉੱਤਰ, ਵਿਕਾਸ ਦਾ ਮਤਲਬ ਖੁੱਲ੍ਹ ਜਾਂ ਸੁਤੰਤਰਤਾ ਹੈ। ਇਸ ਦਾ ਸੰਬੰਧ ਮੌਕਿਆਂ ਵਿੱਚ ਸੁਤੰਤਰਤਾ, ਆਰਾਮ, ਸੁੱਖ, ਖੁਸ਼ਹਾਲੀ ਨਾਲ ਹੈ। ਅੱਜ ਦੇ ਸਮੇਂ ਵਿੱਚ ਉਦਯੋਗੀਕਰਨ, ਕੰਪਿਊਟਰੀਕਰਨ, ਵਧੀਆ ਆਵਾਜਾਈ ਤੇ ਸੰਚਾਰ ਦੇ ਸਾਧਨਾਂ, ਵਧੀਆ ਸਿੱਖਿਆ ਪ੍ਰਬੰਧ, ਉਚੇਰੇ ਪੱਧਰ ਦੀਆਂ ਮੈਡੀਕਲ ਸਹੂਲਤਾਂ, ਲੋਕਾਂ ਦੀ ਸੁਰੱਖਿਆ ਤੇ ਬਚਾਓ ਆਦਿ ਵਿਕਾਸ ਦੇ ਚਿੰਨ੍ਹ ਹਨ। ਵਿਕਾਸ ਦਾ ਪੱਧਰ ਇਹਨਾਂ ਭਿੰਨ-ਭਿੰਨ ਮਨੁੱਖੀ ਵਿਕਾਸਾਂ ਦੇ ਸੋਮਿਆਂ ਦੁਆਰਾ ਮਾਪਿਆ ਜਾਂਦਾ ਹੈ। ਮਨੁੱਖੀ ਵਿਕਾਸ ਦਾ ਉਦੇਸ਼ ਮਨੁੱਖ ਦੇ ਲਈ ਮੌਕਿਆਂ ਜਾਂ ਚੋਣ ਕਰਨ ਦੇ ਘੇਰੇ ਨੂੰ ਵਧਾਉਣਾ ਅਤੇ ਮਨੁੱਖ ਦੀਆਂ ਹਾਲਤਾਂ ਨੂੰ ਸੁਧਾਰਨਾ ਹੁੰਦਾ ਹੈ। ਮਨੁੱਖੀ ਵਿਕਾਸ ਪ੍ਰਦੂਸ਼ਣ ਨੂੰ ਘਟਾਉਣ ਅਤੇ ਮਨੁੱਖੀ ਜ਼ਿੰਦਗੀ ਨੂੰ ਆਰਾਮਦਾਇਕ ਬਣਾਉਂਦਾ ਹੈ। ਦੇਸ਼ ਦਾ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਵਿਕਾਸ ਕਰਦਾ ਹੈ। ਇਸ ਤਰ੍ਹਾਂ ਜਿਸ ਦੇਸ਼ ਦਾ HDI ਮਨੁੱਖੀ ਵਿਕਾਸ ਸੂਚਕ ਜ਼ਿਆਦਾ ਹੁੰਦਾ ਹੈ, ਉਸ ਦੇਸ਼ ਦਾ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਅੰਕ ਵੀ ਜ਼ਿਆਦਾ ਹੁੰਦਾ ਹੈ। ਅਗਲਾ ਪ੍ਰਸ਼ਨ, ਅਸਾਮ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਕੇਰਲ ਤੇ ਹਿਮਾਚਲ ਦੇ ਮੁਕਾਬਲੇ ਖੁਸ਼ਹਾਲੀ ਘੱਟ ਹੈ, ਕਿਵੇਂ? ਉੱਤਰ, HDI ਦੇ ਰਹੇ ਹਾਂ ਜੀ। ਕੇਰਲ ਵਿੱਚ ਹੈ 0.7117 ਪਹਿਲੀ ਪੋਜੀਸ਼ਨ ਹੈ। ਹਿਮਾਚਲ 0.6701 ਸੈਕਿੰਡ ਦੂਸਰਾ ਸਥਾਨ ਰੱਖਦਾ ਹੈ। ਪਰ ਅਸਾਮ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦਾ HDI ਕਾਫੀ ਪਿੱਛੇ ਹੈ। ਕਿਸੇ ਦੇਸ਼ ਦਾ ਆਰਥਿਕ ਸਮਾਜਿਕ ਵਿਕਾਸ HDI ਦਾ ਅੰਕ ਨਿਰਧਾਰਿਤ ਕਰਦਾ ਹੈ। ਇਹਨਾਂ ਰਾਜਾਂ ਅਸਾਮ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਆਰਥਿਕ ਵਿਕਾਸ ਦਾ ਪੱਧਰ ਕੇਰਲ ਅਤੇ ਹਿਮਾਚਲ ਨਾਲੋਂ ਘੱਟ ਹੈ, ਜਿਸ ਕਾਰਨ HDI ਵੀ ਘੱਟ ਹੈ। ਕਿਸੇ ਦੇਸ਼ ਦਾ ਵਿਕਾਸ ਉਸ ਦੇ ਆਰਥਿਕ ਵਿਕਾਸ, ਰਾਜਨੀਤਿਕ, ਸੱਭਿਆਚਾਰਕ ਵਿਕਾਸ ਉੱਪਰ ਨਿਰਭਰ ਕਰਦਾ ਹੈ ਅਤੇ ਇਹ ਵਿਕਾਸ ਉਸ ਦੇਸ਼ ਵਿੱਚ ਹੋਵੇਗਾ ਜਿੱਥੇ ਲੋਕਾਂ ਦਾ ਜੀਵਨ ਖੁਸ਼ਹਾਲ ਅਤੇ ਉਸ ਨੂੰ ਰੋਜ਼ਗਾਰ ਦੇ ਮੌਕਿਆਂ ਦੀ ਉਪਲਬਧੀ ਪ੍ਰਾਪਤ ਹੋਵੇਗੀ। ਉਸ ਦਾ ਜੀਵਨ ਲੰਬਾ ਅਤੇ ਸਿਹਤਮੰਦ ਹੋਵੇਗਾ ਅਤੇ ਹਰ ਕੰਮ ਨੂੰ ਚੁਣਨ ਦੀ ਪੂਰੀ ਆਜ਼ਾਦੀ ਹੋਵੇਗੀ। ਅਗਲਾ ਪ੍ਰਸ਼ਨ, ਮਹਾਨਗਰ ਕਿਸੇ ਵਿਸ਼ਾਲ ਸ਼ਹਿਰੀ ਖੇਤਰ ਤੋਂ ਵੱਖਰਾ ਕਿਵੇਂ ਹੁੰਦਾ ਹੈ? ਮਹਾਨਗਰ ਇੱਕ ਵੱਡਾ ਸ਼ਹਿਰ ਹੁੰਦਾ ਹੈ ਜਿਸ ਦੀ ਵਸੋਂ 10 ਲੱਖ ਵਿਅਕਤੀ ਜਾਂ ਇਸ ਤੋਂ ਵੱਧ ਹੁੰਦੀ ਹੈ। ਮਹਾਨਗਰਾਂ ਦੀ ਗਿਣਤੀ 1981 ਵਿੱਚ 12 ਸੀ, 2001 ਵਿੱਚ 35 ਹੋਈ, 2011 ਵਿੱਚ 53। ਪ੍ਰਮੁੱਖ ਮਹਾਨਗਰ ਨੇ ਦਿੱਲੀ, ਮੁੰਬਈ, ਕੋਲਕਾਤਾ ਆਦਿ। ਮੈਂ ਮਹਾਨਗਰ ਬਣਾਇਆ ਜੀ। ਅੰਮ੍ਰਿਤਸਰ, ਦਿੱਲੀ, ਅਹਿਮਦਾਬਾਦ, ਮੁੰਬਈ, ਬੈਂਗਲੁਰੂ, ਚੇਨਈ, ਕੋਲਕਾਤਾ। ਵਿਸ਼ਾਲ ਸ਼ਹਿਰੀ ਖੇਤਰਾਂ ਦੀ ਧਾਰਨਾ ਪਹਿਲੀ ਵਾਰੀ ਜੀਨ ਗੌਟਮੈਨ ਦੁਆਰਾ ਸੰਯੁਕਤ ਰਾਜ ਅਮਰੀਕਾ ਦੇ ਉੱਤਰ ਪੂਰਬੀ ਸਮੁੰਦਰੀ ਖੇਤਰ ਦੇ ਨਾਲ ਵਸੇ ਸ਼ਹਿਰੀ ਖੇਤਰ ਵਾਸਤੇ ਵਰਤੋਂ ਵਿੱਚ ਲਿਆਂਦੀ ਗਈ। ਸਾਡੇ ਦੇਸ਼ ਵਿੱਚ ਅਜਿਹਾ ਇੱਕ ਵੀ ਵਿਸ਼ਾਲ ਸ਼ਹਿਰੀ ਖੇਤਰ ਨਹੀਂ ਹੈ। ਵਿਸ਼ਾਲ ਸ਼ਹਿਰੀ ਖੇਤਰ ਇਹ ਇੱਕ ਬਹੁਤ ਵੱਡਾ ਸ਼ਹਿਰੀ ਖੇਤਰ ਹੈ ਜਿਹੜਾ ਕਿ ਕਈ ਮਹਾਨਗਰਾਂ ਦੇ ਬਾਹਰੀ ਵਾਧੇ ਕਾਰਨ ਹੋਂਦ ਵਿੱਚ ਆਉਂਦਾ ਹੈ। ਮਹਾਨਗਰ ਦਾ ਬਾਹਰੀ ਵਾਧਾ ਨੇੜੇ ਵਸੀਆਂ ਕਈ ਸ਼ਹਿਰੀ ਬਸਤੀਆਂ ਨੂੰ ਆਪਣੇ ਵਿੱਚ ਸ਼ਾਮਿਲ ਕਰਕੇ ਬਹੁਤ ਵੱਡੇ ਮਹਾਨਗਰੀ ਖੇਤਰ ਵਿੱਚ ਤਬਦੀਲ ਹੋ ਜਾਂਦਾ ਹੈ। ਅਗਲਾ ਪ੍ਰਸ਼ਨ, ਮਨੁੱਖੀ ਵਿਕਾਸ ਦੇ ਕਿਸੇ ਦੋ ਥੰਮਾਂ ਦਾ ਵਰਣਨ ਕਰੋ। ਉੱਤਰ, ਮਨੁੱਖੀ ਵਿਕਾਸ ਦਾ ਅਧਿਐਨ ਮੁੱਖ ਰੂਪ ਵਿੱਚ 4 ਥੰਮ ਉੱਪਰ ਆਧਾਰਿਤ ਹੈ। ਹੈਡਿੰਗ ਹੋ ਜਾਏਗਾ ਮਨੁੱਖੀ ਵਿਕਾਸ ਦੇ ਥੰਮ। ਪਹਿਲਾ, ਹੱਕ ਜਾਂ ਇਨਸਾਫ। ਦੂਸਰਾ, ਨਿਰੰਤਰਤਾ। ਤੀਸਰਾ, ਉਤਪਾਦਕਤਾ। ਚੌਥਾ, ਸ਼ਕਤੀਕਰਨ। ਪਹਿਲਾ, ਹੱਕ ਜਾਂ ਇਨਸਾਫ। ਇਨਸਾਫ ਦਾ ਮਤਲਬ ਉਸ ਹਿੱਸੇ ਤੋਂ ਹੈ ਜਿਸ ਦਾ ਕੋਈ ਅਸਲ ਵਿੱਚ ਹੱਕਦਾਰ ਹੈ। ਹਰ ਇੱਕ ਵਿਅਕਤੀ ਨੂੰ ਬਿਨਾਂ ਕਿਸੇ ਨਸਲ, ਜਾਤ, ਧਰਮ ਜਾਂ ਲਿੰਗ ਦੇ ਭੇਦਭਾਵ ਤੋਂ ਬਰਾਬਰ ਮੌਕੇ ਪ੍ਰਾਪਤ ਹੋਣੇ ਚਾਹੀਦੇ ਹਨ। ਦੂਸਰਾ, ਨਿਰੰਤਰਤਾ। ਇਸ ਤੋਂ ਭਾਵ ਮੌਕਿਆਂ ਦੀ ਬੇਰੋਕ ਉਪਲਬਧਤਾ ਤੋਂ ਹੈ। ਕਹਿਣ ਤੋਂ ਭਾਵ ਇਹ ਹੈ ਕਿ ਅੱਜ ਦੀ ਪੀੜ੍ਹੀ ਮੌਕਿਆਂ ਜਾਂ ਸਾਧਨਾਂ ਦੀ ਇਸ ਤਰੀਕੇ ਨਾਲ ਵਰਤੋਂ ਕਰੇ ਕਿ ਭਵਿੱਖ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਦੇ ਲੋਕ ਵੀ ਇਹਨਾਂ ਦਾ ਆਨੰਦ ਮਾਣ ਸਕਣ। ਪ੍ਰਸ਼ਨ 4, ਇਹਨਾਂ ਪ੍ਰਸ਼ਨਾਂ ਦੇ ਉੱਤਰ 20 ਵਾਕਾਂ ਵਿੱਚ ਦਿਓ। ਉੱਤਰ, ਪਹਿਲਾ ਪ੍ਰਸ਼ਨ, ਪੇਂਡੂ ਵਸੇਵੇ ਵੱਖੋ ਵੱਖ ਨਮੂਨਿਆਂ ਦੀ ਸੰਖੇਪ ਤਫਸੀਲ ਦਿਓ। ਉੱਤਰ, ਪੇਂਡੂ ਇਲਾਕੇ ਵਿੱਚ ਬਣੀਆਂ ਬਸਤੀਆਂ ਨੂੰ ਪੇਂਡੂ ਵਸੇਵੇ ਆਖਦੇ ਹਨ। ਸ਼ਹਿਰੀ ਖੇਤਰਾਂ ਦੇ ਮੁਕਾਬਲੇ ਪੇਂਡੂ ਖੇਤਰਾਂ ਵਿੱਚ ਵਸੋਂ ਘੱਟ ਹੁੰਦੀ ਹੈ। ਧਰਾਤਲ ਅਤੇ ਜ਼ਮੀਨ ਦੀ ਉਪਲਬਧੀ ਦੇ ਮੱਦੇਨਜ਼ਰ ਸਾਡੇ ਦੇਸ਼ ਵਿੱਚ ਪੇਂਡੂ ਬਸਤੀਆਂ ਸੰਘਣੀਆਂ ਜਾਂ ਬਿਖਰੀਆਂ ਤਰ੍ਹਾਂ ਦੀਆਂ ਵੀ ਹੋ ਸਕਦੀਆਂ ਹਨ। ਹੈਡਿੰਗ,
ਪੇਂਡੂ ਬਸਤੀਆਂ ਦੇ ਕੁਝ ਨਮੂਨੇ। ਪਹਿਲਾ ਹੈ ਰੇਖੀ ਨਮੂਨੇ। ਇਸ ਤਰ੍ਹਾਂ ਦੀਆਂ ਬਸਤੀਆਂ ਆਮ ਤੌਰ ਤੇ ਸੜਕ, ਰੇਲਵੇ ਲਾਈਨਾਂ ਜਾਂ ਨਹਿਰਾਂ ਦੇ ਸਮਾਨਾਂਤਰ ਹੁੰਦੀਆਂ ਹਨ। ਇਹ ਇੱਕ ਰੇਖਾ ਦੀ ਤਰ੍ਹਾਂ ਦਿਖਾਈ ਦਿੰਦੀਆਂ ਨੇ। ਆਹ ਗੱਬੇ ਬੇਟਾ ਜੀ, ਚਾਹੇ ਸੜਕ ਹੋ ਸਕਦੀ ਹੈ, ਰੇਲਵੇ ਲਾਈਨ ਹੋ ਸਕਦੀ ਹੈ, ਨਹਿਰ ਹੋ ਸਕਦੀ ਹੈ, ਇਹਦੇ ਆਲੇ ਦੁਆਲੇ ਜਿਹੜੇ ਇਹ ਬਸਤੀਆਂ ਬਸੀਆਂ ਹੋਈਆਂ ਨੇ, ਇਸ ਨੂੰ ਕਹਿੰਦੇ ਆਪਾਂ ਰੇਖੀ ਨਮੂਨਾ। ਦੂਸਰਾ ਹੈ ਚੈੱਕ ਬੋਰਡ ਨਮੂਨਾ। ਜਿਸ ਸਥਾਨ ਉੱਪਰ ਕੋਈ ਰਸਤਾ ਜਾਂ ਆਵਾਜਾਈ ਦਾ ਸਾਧਨ ਇੱਕ ਦੂਜੇ ਨੂੰ ਸਮਕੋਣ ਤੇ ਮਿਲਾਉਂਦੇ ਹੋਣ, ਉਸ ਨੂੰ ਅਸੀਂ ਚੈੱਕ ਬੋਰਡ ਨਮੂਨਾ ਕਹਿੰਦੇ ਹਾਂ। ਬੇਟਾ ਜਿਵੇਂ ਆ ਰੇਲਵੇ ਲਾਈਨ ਬਣਾਈ ਹੈ, ਇਹ ਤੁਸੀਂ ਸੜਕ ਮੰਨ ਸਕਦੇ ਹੋ ਜਾਂ ਨਹਿਰ ਮੰਨ ਸਕਦੇ ਹੋ। ਇਹਦੇ ਆਲੇ ਦੁਆਲੇ ਜਿਹੜੀਆਂ ਬਸਤੀਆਂ ਬਸੀਆਂ ਹੋਈਆਂ ਨੇ, ਇਸ ਨੂੰ ਇਸ ਤਰ੍ਹਾਂ ਦੇ ਨਮੂਨੇ ਨੂੰ ਅਸੀਂ ਚੈੱਕ ਬੋਰਡ ਕਹਿੰਦੇ ਹਾਂ। ਆਇਤਕਾਰ ਨਮੂਨਾ। ਇਸ ਕਿਸਮ ਦੀ ਬਸਤੀਆਂ ਆਮ ਤੌਰ ਤੇ ਆਇਤਕਾਰ ਜਾਂ ਵਰਗਕਾਰ ਦੀ ਹੁੰਦੀ ਹਨ। ਆ ਦੇਖੋ ਜੀ, ਅਰਧ ਵਿਕਾਸ ਨਮੂਨਾ। ਇਸ ਤਰ੍ਹਾਂ ਦੀ ਬਸਤੀ ਉਸ ਕੇਂਦਰੀ ਜਗ੍ਹਾ ਤੇ ਮਿਲਦੀ ਹੈ ਜਿੱਥੇ ਕਈ ਰਸਤੇ ਜਾਂ ਗਲੀਆਂ ਜਾਂ ਪੈਦਲ ਰਸਤੇ ਚੱਕਰ ਦੇ ਅਰਧ ਵਿਕਾਸ ਵਾਂਗੂ ਅਲੱਗ-ਅਲੱਗ ਦਿਸ਼ਾਵਾਂ ਤੋਂ ਆ ਕੇ ਇੱਕ ਕੇਂਦਰੀ ਥਾਂ ਤੇ ਇਕੱਠੇ ਹੁੰਦੇ ਹਨ। ਆਹ ਦੇਖੋ ਜੀ, ਅਲੱਗ-ਅਲੱਗ ਰਸਤੇ ਆ, ਇੱਕ ਕੇਂਦਰੀ ਬਿੰਦੂ ਜਾ ਕੇ ਮਿਲਦੇ ਨੇ, ਇਸ ਨੂੰ ਕਹਿੰਦੇ ਆ ਅਰਧ ਵਿਆਸ ਨਮੂਨਾ। ਪੰਜਵਾਂ ਤਿਕੋਣਾ ਨਮੂਨਾ। ਇਸ ਤਰ੍ਹਾਂ ਦੀ ਬਸਤੀ ਤਿਕੋਣੇ ਆਕਾਰ ਦੀ ਹੁੰਦੀ ਹੈ ਜੋ ਕਿ ਤਿੰਨ ਪਾਸਿਆਂ ਤੋਂ ਕਿਸੇ ਤਰ੍ਹਾਂ ਦੀ ਰੁਕਾਵਟ ਦੇ ਨਤੀਜੇ ਕਰਕੇ ਹੁੰਦੀ ਹੈ। ਆਹ ਦੇਖੋ ਜੀ, ਇਹ ਦੋ ਰਸਤੇ ਹੋ ਸਕਦੇ ਹੈ, ਨਹਿਰਾਂ ਵਗੈਰਾ, ਜਿਹੜਾ ਵਿੱਚ ਬਣਿਆ ਹੋਇਆ ਹੈ, ਇਸ ਤਰ੍ਹਾਂ ਦੇ ਨਮੂਨੇ ਨੂੰ ਕਹਿੰਦੇ ਆਪਾਂ ਤਿਕੋਣਾ ਨਮੂਨਾ। ਤਾਰੇ ਵਰਗਾ ਨਮੂਨਾ। ਇਹ ਅਰਧ ਵਿਆਸ ਨਮੂਨੇ ਦਾ ਸੁਧਰਿਆ ਹੋਇਆ ਰੂਪ ਹੈ। ਮਕਾਨਾਂ ਦੀ ਉਸਾਰੀ ਦਾ ਇੱਕ ਕੇਂਦਰ ਬਿੰਦੂ ਸ਼ੁਰੂ ਹੁੰਦਾ ਹੈ ਅਤੇ ਸਾਰੀਆਂ ਦਿਸ਼ਾਵਾਂ ਵੱਲ ਨੂੰ ਫੈਲਦਾ ਹੈ। ਇਸ ਤਰ੍ਹਾਂ ਦਾ ਨਮੂਨਾ ਪੰਜਾਬ ਅਤੇ ਹਰਿਆਣਾ ਦੇ ਮੈਦਾਨਾਂ ਵਿੱਚ ਮਿਲਦਾ ਹੈ। ਗੋਲਾਕਾਰ ਨਮੂਨਾ। ਇਸ ਤਰ੍ਹਾਂ ਦੀ ਬਸਤੀ ਕਿਸੇ ਛੱਪੜ, ਝੀਲ, ਕ੍ਰੇਟਰ, ਮੰਦਰ ਜਾਂ ਮਸਜਿਦ ਆਦਿ ਦੁਆਲੇ ਵਿਕਸਿਤ ਹੁੰਦੀ ਹੈ। ਇਸ ਦੀ ਸ਼ਕਲ ਗੋਲਾਕਾਰ ਹੁੰਦੀ ਹੈ। ਆਹ ਗੋਲਾਕਾਰ ਬਣਾਇਆ ਹੋਇਆ ਜੀ ਬੇਟਾ ਜੀ। ਅਗਲਾ ਅਰਧ ਗੋਲਾਕਾਰ ਨਮੂਨਾ। ਜਿਹੜੇ ਪਿੰਡ ਦਰਿਆ ਦੇ ਵਲੇਵਿਆਂ, ਖੁਰ ਆਕਾਰੀ ਝੀਲਾਂ ਜਾਂ ਪਹਾੜਾਂ ਦੇ ਪੈਰਾਂ ਵਿੱਚ ਬਣੀਆਂ ਝੀਲਾਂ ਦੇ ਦੁਆਲੇ ਵਿਕਸਿਤ ਹੁੰਦੇ ਹਨ, ਉਹ ਅਰਧ ਗੋਲਾਕਾਰ ਸ਼ਕਲ ਧਾਰਨ ਕਰ ਲੈਂਦੇ ਹਨ। ਆਹ ਦੇਖੋ ਜੀ, ਇਸ ਪਾਸੇ ਜਿਹੜਾ ਤੁਹਾਡੀ ਪਹਾੜ ਹੋ ਸਕਦਾ ਹੈ, ਖੁਰ ਆਕਾਰੀ ਝੀਲ ਹੋ ਸਕਦੀ ਹੈ ਇਸ ਪਾਸੇ, ਜਾਂ ਪਹਾੜ ਹੋ ਸਕਦੇ ਨੇ, ਉਸ ਆਲੇ ਦੁਆਲੇ ਜਿਹੜੇ ਬਸਦੇ ਨੇ, ਉਸ ਨੂੰ ਕਹਿੰਦੇ ਆਪਾਂ ਅਰਧ ਗੋਲਾਕਾਰ ਨਮੂਨਾ। ਅਗਲਾ ਪ੍ਰਸ਼ਨ ਬਹੁਤ ਇੰਪੋਰਟੈਂਟ ਹੈ। ਸਮਾਰਟ ਸ਼ਹਿਰ ਕੀ ਹੈ? ਇਸ ਪ੍ਰੋਜੈਕਟ ਸੰਬੰਧੀ ਨੋਟ ਲਿਖੋ। ਉੱਤਰ: ਸਮਾਰਟ ਸ਼ਹਿਰ ਦਾ ਦਰਜਾ ਉਸ ਥਾਂ ਨੂੰ ਦਿੱਤਾ ਜਾਂਦਾ ਹੈ ਜਿੱਥੇ ਸੂਚਨਾ ਤਕਨਾਲੋਜੀ ਇੱਕ ਪ੍ਰਮੁੱਖ ਬੁਨਿਆਦੀ ਢਾਂਚਾ ਆਪਣੇ ਵਸਨੀਕਾਂ ਨੂੰ ਜ਼ਰੂਰੀ ਸੇਵਾਵਾਂ ਦੇਣਾ, ਜਿਵੇਂ ਸਿਹਤ ਸੰਬੰਧੀ, ਸਿੱਖਿਆ ਸੰਬੰਧੀ ਪ੍ਰਦਾਨ ਕਰਨ ਦੇ ਲਈ ਇੱਕ ਆਧਾਰ ਦਾ ਕੰਮ ਕਰੇ। ਸਮਾਰਟ ਸ਼ਹਿਰ ਵਿੱਚ ਟਿਕਾਊ ਜ਼ਮੀਨ, ਜਾਇਦਾਦ, ਸੰਚਾਰ ਅਤੇ ਆਵਾਜਾਈ ਦੇ ਸਾਧਨ ਦੀ ਸਥਿਰਤਾ ਆਦਿ ਖੇਤਰ ਵਿੱਚ ਵਧੇਰੇ ਵਿਕਸਿਤ ਹੋਣ। ਭਾਰਤ ਵਿੱਚ ਕਈ ਸ਼ਹਿਰ ਅਜਿਹੇ ਹਨ ਜਿਨ੍ਹਾਂ ਨੂੰ ਸਮਾਰਟ ਸ਼ਹਿਰ ਦਾ ਦਰਜਾ ਦਿੱਤਾ ਜਾ ਸਕਦਾ ਹੈ। ਇਹਨਾਂ ਸ਼ਹਿਰਾਂ ਨੂੰ ਵਿਕਾਸ ਦਾ ਇੰਜਨ ਵੀ ਕਿਹਾ ਜਾਂਦਾ ਹੈ। ਸ਼ੁਰੂਆਤ ਵਿੱਚ ਭਾਰਤ ਸਰਕਾਰ ਨੇ ਇਸ ਪ੍ਰੋਜੈਕਟ ਦੇ ਅਧੀਨ 100 ਸ਼ਹਿਰਾਂ ਨੂੰ ਸਮਾਰਟ ਸ਼ਹਿਰ ਦੇ ਰੂਪ ਵਿੱਚ ਵਿਕਸਿਤ ਕਰਨ ਦਾ ਐਲਾਨ ਕੀਤਾ ਸੀ। ਅਗਸਤ 2015 ਵਿੱਚ 98 ਸ਼ਹਿਰਾਂ ਨੂੰ ਹੀ ਸਮਾਰਟ ਸ਼ਹਿਰ ਦੇ ਤੌਰ ਤੇ ਵਿਕਸਿਤ ਕਰਨ ਲਈ ਚੁਣਿਆ ਗਿਆ। ਇਹਨਾਂ 98 ਸ਼ਹਿਰਾਂ ਵਿੱਚ 24 ਰਾਜਧਾਨੀ ਸ਼ਹਿਰ, ਕੈਪੀਟਲ ਸਿਟੀਜ਼, 24 ਵੱਡੇ ਵਪਾਰਕ ਤੇ ਉਦਯੋਗਿਕ ਖੇਤਰ, 18 ਸੱਭਿਆਚਾਰਕ ਖੇਤਰ ਅਤੇ ਸੈਰ ਸਪਾਟਾ ਕੇਂਦਰ, 5 ਬੰਦਰਗਾਹਾਂ, ਸੀਪੋਰਟਸ, 3 ਵਿਦਿਅਕ ਅਤੇ ਸਿਹਤ ਸੰਭਾਲ ਕੇਂਦਰ ਸਨ। 98 ਸ਼ਹਿਰਾਂ ਨੂੰ 4 ਚਰਨਾਂ ਵਿੱਚ ਚੁਣਿਆ ਗਿਆ। ਪਹਿਲੀ ਚਰਨ ਜਾਂ ਸਟੇਜ ਵਿੱਚ 20 ਸ਼ਹਿਰ, ਦੂਜੀ ਸਟੇਜ ਵਿੱਚ 13 ਸ਼ਹਿਰ, ਤੀਜੇ ਚਰਨ ਵਿੱਚ 27 ਸ਼ਹਿਰ, ਚੌਥੇ ਚਰਨ ਵਿੱਚ 30 ਸ਼ਹਿਰ। ਪਹਿਲੇ ਚਰਨ ਵਿੱਚ ਜਿਨ੍ਹਾਂ 20 ਸ਼ਹਿਰਾਂ ਨੂੰ ਚੁਣਿਆ ਗਿਆ, ਉਹਨਾਂ ਨੂੰ ਚਾਨਣ ਮੁਨਾਰੇ ਜਾਂ ਲਾਈਟ ਹਾਊਸ ਦਾ ਨਾਂ ਦਿੱਤਾ ਗਿਆ। ਸਭ ਤੋਂ ਪਹਿਲਾ ਸ਼ਹਿਰ ਸੀ ਭੁਵਨੇਸ਼ਵਰ। 20 ਜੂਨ 2018 ਨੂੰ ਸ਼ਿਲੌਂਗ, ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ, 100ਵੇਂ ਸਮਾਰਟ ਸ਼ਹਿਰ ਵਜੋਂ ਚੁਣਿਆ ਗਿਆ। ਸਮਾਰਟ ਸ਼ਹਿਰਾਂ ਲਈ ਮਾਪਦੰਡ: ਪਹਿਲਾ, ਉਚਿਤ ਜਲ ਅਤੇ ਬਿਜਲੀ ਪ੍ਰਬੰਧ, ਵਿਕਸਿਤ ਆਵਾਜਾਈ ਪ੍ਰਬੰਧ, ਉਚਿਤ ਸਿਹਤ ਅਤੇ ਵਿਦਿਅਕ ਸਹੂਲਤਾਂ, ਠੋਸ ਕੂੜਾ ਕਰਕਟ ਪ੍ਰਬੰਧ, ਨਾਗਰਿਕਾਂ ਦੀ ਸੁਰੱਖਿਆ, ਸਸਤੇ ਘਰ ਖਾਸ ਤੌਰ ਤੇ ਗਰੀਬ ਜਨਤਾ ਲਈ, ਸੂਚਨਾ ਤਕਨਾਲੋਜੀ ਦਾ ਵਿਸ਼ੇਸ਼ ਪ੍ਰਬੰਧ। ਬੇਟਾ ਜੀ, ਇਹ ਮੈਂ ਭਾਰਤ ਦਾ ਨਕਸ਼ਾ ਬਣਾਇਆ ਹੈ ਜਿਸ ਵਿੱਚ ਕੋਸ਼ਿਸ਼ ਕੀਤੀ ਹੈ ਸਿਰਫ 10 ਸ਼ਹਿਰਾਂ ਨੂੰ ਜੋ ਕਿ ਸਮਾਰਟ ਸ਼ਹਿਰ ਨੇ। ਪਹਿਲੇ ਨੰਬਰ ਤੇ ਹੈ ਭੁਵਨੇਸ਼ਵਰ ਜੋ ਕਿ ਉੜੀਸਾ ਵਿੱਚ ਹੈ, ਆ ਚਿਲਕਾ ਝੀਲ ਦੇ ਲਾਗੇ। ਦੂਸਰਾ ਪੁਣੇ, ਆ ਮੁੰਬਈ ਦੇ ਥੱਲੇ ਹੈ ਜੀ। ਤੀਸਰਾ ਜੈਪੁਰ, ਰਾਜਸਥਾਨ ਦੀ ਰਾਜਧਾਨੀ ਹੈ। ਚੌਥਾ ਸੂਰਤ ਜੋ ਕਿ ਗੁਜਰਾਤ ਵਿੱਚ ਹੈ, ਸੂਤੀ ਕਪੜਾ ਉਦਯੋਗ ਦਾ ਕਾਫੀ ਵੱਡਾ ਕੇਂਦਰ ਹੈ। ਪੰਜਵੇਂ ਨੰਬਰ ਤੇ ਕੋਚੀ ਹੈ ਜੋ ਕਿ ਇੱਕ ਬੰਦਰਗਾਹ ਵੀ ਹੈ, ਕੇਰਲ ਵਿੱਚ ਹੈ। ਛੇਵਾਂ ਅਹਿਮਦਾਬਾਦ, ਇਹ ਵੀ ਗੁਜਰਾਤ ਵਿੱਚ ਹੈ। ਸੱਤਵਾਂ ਜਬਲਪੁਰ, ਮੱਧ ਪ੍ਰਦੇਸ਼ ਵਿੱਚ ਹੈ। ਨੌਵਾਂ ਦਿੱਲੀ ਹੈ ਔਰ 10ਵਾਂ ਚੇਨਈ, ਇਹ ਹੈ ਚੇਨਈ। ਬੇਟਾ ਜੀ, ਉਮੀਦ ਕਰਦਾ ਹਾਂ ਪਾਠ ਨੰਬਰ 3 ਦੇ ਸਵਾਲ ਜਵਾਬ ਬਹੁਤ ਆਸਾਨ ਹੋ ਗਏ ਹੋਣਗੇ। ਸੋ
ਮੇਰੇ ਇਸ ਚੈਨਲ ਨੂੰ ਇਸੇ ਤਰ੍ਹਾਂ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਥੈਂਕ ਯੂ।